ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਿਲਤਾ ਜਨਮ ਕੁਭਾਂਤੀ। ਰਾਮ ਗੁਸਈਆ ਜੀ ਕੇ ਜਿਵਨਾ, ਮੋਹਿ ਨਾ ਬਿਸਾਰੂ ਮੈਂ ਜਨ ਤੇਰਾ। ਮੇਰੀ ਹਰਹੁ ਬਿਪਤ ਜਨ ਕਰਹੁ ਸੁਭਾਈ, ਚਰਨ ਨਾ ਛਾਡਉ ਸਰੀਰ ਕਲ ਜਾਈ। ਕਹੋ ਰਵਿਦਾਸ ਪਰੋਂ ਤੇਰੀ ਸਾਂਬਾ, ਬੇਗ ਮਲੀਜੈ ਜਨ ਕਰ ਨਾ ਬਿਲਾਂਬਾ। ਕਹੋ ਰਵਿਦਾਸ ਪਰੋਂ ਤੇਰੀ ਸਾਂਬਾ, ਬੇਗ ਮਲੀਜੈ ਜਨ ਕਰ ਨਾ ਬਿਲਾਂਬਾ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਨਤਾ ਯੋਗ ਹੋ, ਜੋ ਗੁਰੂ ਕਿਰਪਾ ਰਹਿਮਤ ਦਾ ਸਦਕਾ ਬੜੇ ਹੀ ਪਿਆਰ ਭਾਵਨਾ ਸ਼ਰਧਾ ਅਦਬ ਨਾਲ ਹਫ਼ਤਾਵਾਰੀ ਦੀਵਾਨਾਂ ਨੂੰ ਮੁੱਖ ਰੱਖਦਿਆਂ ਗੁਰੂ ਹਜ਼ੂਰੀ ਵਿੱਚ ਸਜੇ ਬੈਠੇ ਹੋ। ਬਹੁਤ ਪਿਆਰ ਨਾਲ ਗੁਰੂ ਸਵਾਰੇ ਗੁਰੂ ਘਰ ਦੇ ਕੀਰਤਨੀਏ ਭਾਈ ਓਂਕਾਰ ਸਿੰਘ ਜੀ ਤਿੰਨਾਂ ਦੇ ਜਥੇ ਪਾਸੋਂ ਆਪ ਜੀਆਂ ਨੇ ਸਤਿਗੁਰਾਂ ਦੀ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਅਖੀਰ ਵਿੱਚ ਉਹਨਾਂ ਆਪ ਜੀ ਨੂੰ ਸਤਿਗੁਰਾਂ ਦੀ ਇਲਾਹੀ ਬਾਣੀ ਦੇ 2 ਸ਼ਬਦ ਸਰਵਨ ਕਰਵਾਏ। ਪਹਿਲਾ ਸ਼ਬਦ ਭਗਤ ਕਬੀਰ ਜੀ ਦਾ, ਜਿਸ ਵਿੱਚ ਭਗਤ ਜੀ ਨੇ ਇਹ ਸੰਦੇਸ਼ ਦਿੱਤਾ ਕਿ ਦੁਨੀਆ ਦੇ ਲੋਕ ਉਸ ਧੁਰ ਦੇ ਘਰੋਂ ਆਈ ਹੋਈ ਬਾਣੀ ਨੂੰ, ਉਸ ਦਰਗਾਹੀ ਬੋਲਾਂ ਨੂੰ ਭਾਵੇਂ ਆਮ ਗੀਤ ਸੰਗੀਤ ਸਮਝਦੀ ਹੋਵੇ, ਪਰ ਜੇ ਕੋਈ ਸ਼ਰਧਾ ਭਾਵਨਾ ਵਿਸ਼ਵਾਸ ਰੱਖ ਕੇ ਕੋਈ ਵੀ ਉਸ ਪ੍ਰਭੂ ਦੀ ਸਿਫਤ ਨੂੰ, ਉਸ ਰੱਬ ਦੇ ਘਰ ਦੀ ਬਾਣੀ ਨੂੰ ਗਾ ਲਏ ਤੇ ਇਸ ਗੱਲ ਵਿੱਚ ਸ਼ੰਕਾ ਨਹੀਂ, ਸੰਸਾ ਨਹੀਂ, ਉਸ ਨੂੰ ਅਵਸ਼ ਹੀ ਮਾਲਕ ਦੇ ਘਰ ਦੀ ਪਦਵੀ ਪ੍ਰਾਪਤ ਹੋਏਗੀ। ਕੋਈ ਗਾਵੈ ਕੋ ਸੁਨੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਭਗਤ ਕਬੀਰ ਜੀ ਦੇ ਸ਼ਬਦ ਰਾਹੀਂ ਵੀ ਇਹੀ ਸੰਦੇਸ਼ ਸੀ ਵੀ ਕੋਈ ਵੀ ਹਰੀ ਦੇ ਨਾਮ ਨੂੰ ਜਪ ਲੈ। ਅਖੀਰ ਉਹਨਾਂ ਨੇ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਵਿੱਚੋਂ 19ਵੀਂ ਅਸ਼ਟਪਦੀ ਦਾ ਇੱਕ ਪਦਾ ਪੜ੍ਹਿਆ, ਉਹਦਾ ਕੀਰਤਨ ਕੀਤਾ। ਗੁਰ ਕੀ ਮਤ ਤੂੰ ਲੇਹ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇਹਦੇ ਵਿੱਚ ਵੀ ਸੰਦੇਸ਼ ਹੈ ਕਿ ਸਾਰ ਭੂਤ ਸਤ ਹਰ ਕੋ ਨਾਉ, ਕਿ ਇਸ ਜਗਤ ਸੰਸਾਰ ਦਾ ਜਿਹੜਾ ਸਾਰ ਹੈ, ਸ੍ਰੇਸ਼ਟ ਤੱਤ ਹੈ ਸਾਰੇ ਪਦਾਰਥਾਂ ਦਾ, ਉਹ ਮਾਲਕ ਦਾ ਨਾਮ ਹੈ। ਹੇ ਭਾਈ, ਗੁਰੂ ਦੀ ਮੱਤ ਲੈ ਕਰਕੇ, ਗੁਰੂ ਦੀ ਸਿੱਖਿਆ ਲੈ ਕਰਕੇ ਉਸ ਪਰਮਾਤਮਾ ਵਾਹਿਗੁਰੂ ਦੀ ਭਗਤੀ ਕਰਕੇ ਆਪਣੇ ਜੀਵਨ ਦਾ ਭਲਾ ਕਰ ਲੈ।
ਇਹ ਪਾਵਨ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ। ਆਓ ਇਹਨਾਂ ਨੂੰ ਆਪਣੇ ਵਿਚਾਰ ਦੀ ਆਪਾਂ ਆਪਣੇ ਵਿਚਾਰ ਦਾ ਆਧਾਰ ਬਣਾ ਕਰਕੇ ਕੁਝ ਮਿੰਟ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਹੈ। ਕੁਝ ਕਹਿਣ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ। ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੂੰ ਜਿਸ ਵਕਤ ਆਪਾਂ ਵਿਚਾਰਦੇ ਪੜ੍ਹਦੇ ਹਾਂ ਤਾਂ ਜੇ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸਲ ਪ੍ਰਯੋਜਨ ਕੀ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮੁੱਖ ਪ੍ਰਯੋਜਨ ਕੀ ਹੈ, ਕਿਉਂਕਿ ਹਰ ਜੇ ਕੋਈ ਧਾਰਮਿਕ ਗ੍ਰੰਥ ਹੈ ਨਾ, ਕੋਈ ਵੀ ਗ੍ਰੰਥ ਹੋਵੇ ਭਾਵੇਂ, ਉਹਦੇ ਵਿੱਚ ਕੁਝ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇੱਕ ਤੇ ਗ੍ਰੰਥ ਦਾ ਵਿਸ਼ਾ, ਫਿਰ ਪ੍ਰਯੋਜਨ, ਤੇ ਫਿਰ ਉਸ ਦਾ ਅਧਿਕਾਰੀ ਕੌਣ ਹੈ, ਵੀ ਉਹਨੂੰ ਪੜ੍ਹ ਕੌਣ ਸਕਦਾ, ਉਸ ਗਿਆਨ ਨੂੰ ਹਾਸਲ ਕੌਣ ਕਰ ਸਕਦਾ। ਵਿਸ਼ਾ ਵੀ ਕਲੀਅਰ ਹੋਣਾ ਚਾਹੀਦਾ ਅਤੇ ਪ੍ਰਯੋਜਨ ਵੀ ਕਲੀਅਰ ਹੋਣਾ ਚਾਹੀਦਾ, ਅਤੇ ਫਿਰ ਉਸ ਦਾ ਅਧਿਕਾਰੀ ਜੋ ਉਸ ਨੂੰ ਜਾਣਨ ਵਾਲਾ ਹੋਵੇ ਉਹਦੇ ਅੰਦਰ ਵੀ ਕੁਝ ਨਾ ਕੁਝ ਐਸੀ ਸਾਰਖਤਾ, ਐਸੀ ਕਾਬਲੀਅਤ ਹੋਣੀ ਚਾਹੀਦੀ ਹੈ ਜਿਹਦੇ ਆਧਾਰ 'ਤੇ ਉਸ ਨੂੰ ਪੜ੍ਹ ਸਕੇ। ਜੇ ਪਾਤਰਤਾ ਨਹੀਂ, ਜੇ ਸਾਡੇ ਅੰਦਰ ਪਾਤਰਤਾ ਨਹੀਂ ਨਾ, ਅਧਿਕਾਰ ਨਹੀਂ ਕਿਸੇ ਵਸਤੂ ਨੂੰ ਜਾਣਨ ਦਾ, ਉਸ ਤਹਿ 'ਤੇ ਸਾਡੀ ਮੱਤ ਨਹੀਂ ਜਾਂ ਸਾਡੀ ਸਮਝ ਨਹੀਂ, ਤਾਂ ਅਸੀਂ ਉਸ ਵਸਤੂ ਪਦਾਰਥ ਨੂੰ ਉਨਾ ਚਿਰ ਪੜ੍ਹ ਨਹੀਂ ਸਕਦੇ। ਕੇਵਲ ਧਰਮ ਦੀਆਂ ਕਿਤਾਬਾਂ ਜਾਂ ਧਰਮ ਦੇ ਗ੍ਰੰਥ ਜਾਂ ਗਿਆਨ ਦੀ ਵਾਰਤਾ ਨਹੀਂ, ਸੰਸਾਰ ਅੰਦਰ ਵੀ ਅਸੀਂ ਜਾਣਦੇ ਹਾਂ ਵੀ ਕੁਝ ਚੀਜ਼ਾਂ ਲਈ, ਕੁਝ ਥਾਵਾਂ ਲਈ, ਕੁਝ ਕਰਮਾਂ ਲਈ ਦੁਨੀਆ ਦੇ ਸਿਆਣੇ ਲੋਕਾਂ ਨੇ ਬੰਦੇ ਦੀ ਉਮਰ ਮੁਕਰਰ ਕੀਤੀ ਹੋਈ ਹੈ ਕਿ ਇੰਨੀ ਉਮਰ ਦਾ ਹੋਏਗਾ ਤੇ ਇਹ ਕਾਰਜ ਕਰ ਸਕਦਾ ਹੈ, ਇੰਨੀ ਉਮਰ ਦਾ ਹੋਏਗਾ ਤੇ ਇਹ ਕਾਰਜ ਕਰ ਸਕਦਾ ਹੈ। ਇਸ ਤੋਂ ਪਹਿਲਾਂ ਇਹਦੇ ਲਈ ਇਹ ਚੀਜ਼ਾਂ ਗਲਤ ਨੇ, ਇਹਦੇ ਲਈ ਇਹਨਾਂ ਚੀਜ਼ਾਂ ਦੀ ਪਾਬੰਦੀ ਹੈ। ਕਿਉਂ ਬਈ? ਜੇ ਉਹ ਬਚਪਨ ਵਿੱਚ ਹੈ ਤੇ ਉਹਨਾਂ ਚਿਰ ਉਹਨਾਂ ਚੀਜ਼ਾਂ ਦੀ ਪਾਬੰਦੀ ਹੈ, ਉਹ ਚੀਜ਼ਾਂ ਉਹਦੇ ਲਈ ਗਲਤ ਹਨ। ਜਦੋਂ ਉਹ ਜਵਾਨੀ ਦੀ ਦਹਲੀਜ਼ 'ਤੇ ਆ ਜਾਂਦਾ ਹੈ, ਉਮਰ ਦੇ ਤਕਾਜ਼ੇ ਨੂੰ ਸਮਝ ਜਾਂਦਾ, ਉਹਦੇ ਲਈ ਉਹ ਚੀਜ਼ਾਂ ਠੀਕ ਕਿਵੇਂ ਹੋ ਜਾਂਦੀਆਂ? ਕੁਝ ਸਮੇਂ ਲਈ ਉਹਨਾਂ 'ਤੇ ਪਾਬੰਦੀ ਤੇ ਉਹਨਾਂ 'ਤੇ ਰੋਕ ਹੁੰਦੀ ਹੈ, ਪਰ ਜਦੋਂ ਹੀ ਉਹ ਕੁਝ ਉਮਰ ਦੇ ਪੜਾਅ ਨੂੰ ਪਾਰ ਕਰ ਜਾਂਦਾ ਹੈ ਤੇ ਕਹਿ ਦਿੱਤਾ ਜਾਂਦਾ ਵੀ ਹੁਣ ਇਹ ਵਸਤੂਆਂ, ਪਦਾਰਥ, ਕਰਮਾਂ ਦੇ ਲਈ ਇਹ ਬੰਦਾ ਆਜ਼ਾਦ ਹੈ, ਕਰ ਸਕਦਾ ਹੈ। ਕੁਝ ਕਰਮ ਜੋ ਉਮਰ ਦੇ ਤਕਾਜ਼ੇ ਵਿੱਚ ਗਲਤ ਹੁੰਦੇ ਨੇ, ਪਾਬੰਦੀ ਹੁੰਦੀ ਹੈ, ਰੋਕ ਲੱਗੀ ਹੁੰਦੀ ਹੈ, ਤੇ ਉਮਰ ਦਾ ਤਕਾਜ਼ਾ ਪਾਰ ਕਰਦੇ ਉਹਨਾਂ ਲਈ ਛੂਟ ਮਿਲ ਜਾਂਦੀ। ਕਾਰਨ ਕੀ ਹੈ? ਅਸਲ ਵਿੱਚ ਗਲਤ ਠੀਕ ਦਾ ਮਤਲਬ ਨਹੀਂ, ਮਤਲਬ ਹੈ ਵੀ ਸਮਝ, ਬੁੱਧੀ ਵਿਕਾਸ ਵਿੱਚ ਆ ਗਈ ਹੈ। ਜਦੋਂ ਇਹਦੇ ਕੋਲ ਅਜੇ ਉਹ ਸਮਝ ਨਹੀਂ ਸੀ, ਉਹ ਸੋਝੀ ਨਹੀਂ ਸੀ, ਉਹ ਤਜਰਬਾ ਨਹੀਂ ਸੀ, ਤੇ ਭਲੀ ਚੀਜ਼ ਵੀ, ਚੰਗੀ ਚੀਜ਼ ਵੀ ਜਿਹੜੀ ਹੈ ਇਹਦੇ ਹੱਥਾਂ ਵਿੱਚ ਆਈ ਬੜਾ ਵੱਡਾ ਵਿਨਾਸ਼ ਦਾ ਕਾਰਨ ਬਣ ਜਾਂਦੀ। ਤੇ ਜਦੋਂ ਸਮਝ ਵਿੱਚ ਆ ਜਾਇਆ, ਜਦੋਂ ਉਮਰ ਦੇ ਉਸ ਤਕਾਜ਼ੇ ਪੜਾਅ ਵਿੱਚ ਬੰਦਾ ਆ ਜਾਂਦਾ ਹੈ, ਉਦੋਂ ਫਿਰ ਉਸ ਵਸਤੂ, ਪਦਾਰਥ, ਉਸ ਕਰਮ ਨੂੰ ਕਰਕੇ ਉਹ ਜਗਤ, ਸੰਸਾਰ ਦਾ, ਆਪਣਾ ਤੇ ਸਮਾਜ ਦਾ ਭਲਾ ਕਰਦਾ ਹੈ। ਗੱਲ ਤਾਂ ਸਿਰਫ ਭਲੇ ਦੀ ਹੈ ਕਿ ਉਹ ਵਸਤੂ ਜਦੋਂ ਇਹਦੇ ਭਲੇ ਦੇ ਲਈ ਵਰਤੀ ਜਾਏਗੀ ਉਦੋਂ ਹੀ ਵਰਤੀ ਜਾਏਗੀ ਜਦੋਂ ਇਹਦੀ ਬੁੱਧੀ ਦਾ, ਮਤ ਦਾ ਵਿਕਾਸ ਹੋਏਗਾ। ਤੇ ਮਤ ਤੋਂ ਬਿਨਾਂ, ਪਾਤਰਤਾ ਤੋਂ ਬਿਨਾਂ ਕੋਈ ਵੀ ਚੰਗੀ ਚੀਜ਼ ਪ੍ਰਾਪਤ ਕਰੇਗਾ, ਉਹ ਸਾਰੀਆਂ ਦੀਆਂ ਸਾਰੀਆਂ ਇਹਦਾ ਵੀ ਨੁਕਸਾਨ ਕਰਨਗੀਆਂ ਤੇ ਦੁਨੀਆ ਸਮਾਜ ਦਾ ਵੀ ਨੁਕਸਾਨ ਕਰਨਗੀਆਂ। ਅੱਜ ਅਸੀਂ ਦੇਖ ਰਹੇ ਹਾਂ ਨਾ ਕਿ ਜੋ ਜਗਤ ਸੰਸਾਰ ਦਾ ਹਸ਼ਰ ਹੋ ਰਿਹਾ, ਉਹਦਾ ਕਾਰਨ ਇਹ ਹੈ ਕਿ ਜਦੋਂ ਅਜੇ ਸਮਾਂ ਨਹੀਂ, ਔਧ ਨਹੀਂ, ਅਜੇ ਸਮਝ ਨਹੀਂ, ਪਰ ਬਿਨਾਂ ਸਮਝ ਤੋਂ ਦੁਨੀਆ ਦੇ ਕਰਮ, ਦੁਨੀਆ ਦੇ ਪਦਾਰਥ, ਦੁਨੀਆ ਦੇ ਵਿਸ਼ਿਆਂ ਨੂੰ ਬੰਦਾ ਭੋਗਦਾ ਹੈ, ਤੇ ਇਸ ਕਰਕੇ ਉਹ ਆਪਣਾ ਤੇ ਆਪਣੇ ਸਮਾਜ ਦਾ ਵੀ ਬੁਰਾ ਹੀ ਕਰ ਰਿਹਾ ਹੈ, ਸਮਾਜ ਨੂੰ ਰਸਾਤਲ ਵਾਲੇ ਪਾਸੇ ਲੈ ਕੇ ਜਾ ਰਿਹਾ। ਇਸੇ ਤਰ੍ਹਾਂ ਗਿਆਨ ਹੈ, ਧਰਮ ਦੇ ਗ੍ਰੰਥ ਹਨ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਸ੍ਰੇਸ਼ਟ ਹਨ, ਸਰਵੋਤਮ ਗ੍ਰੰਥ ਹਨ, ਗੁਰੂ ਹਨ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਯੋਜਨ ਵੀ ਇਹੀ ਹੈ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਆਪ ਆਪਣੀ ਬਾਣੀ ਵਿੱਚ ਆਪਣੇ ਬਾਣੀ ਦਾ ਪ੍ਰਯੋਜਨ ਦੱਸਿਆ ਵੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਇਹੀ ਪ੍ਰਯੋਜਨ ਹੈ ਕਿ ਜਿਹੜਾ ਇਹ ਜੀਵ ਹੈ, ਇਹ ਮਨੁੱਖ ਹੈ, ਇਹ ਉਸ ਪਰਮ ਸੱਤਾ ਤੋਂ ਵਿਛੜਿਆ ਹੈ, ਉਸ ਨੂੰ ਜਪ ਕੇ ਉਹਦੇ ਵਿੱਚ ਅਭੇਦ ਹੋਣਾ ਹੀ
ਇਹ ਗੁਰੂ ਕੀ ਬਾਣੀ ਦਾ ਮੁੱਖ ਪ੍ਰਯੋਜਨ ਹੈ ਵੀ ਜੀਵ ਨੂੰ ਪਰ ਆਤਮਾ ਨੂੰ ਪਰਮਾਤਮਾ ਵਿੱਚ ਅਭੇਦ ਕਰਵਾਉਣਾ। ਇਹ ਆਤਮਾ ਜਿਹੜੀ ਹੈ ਪਰਮਾਤਮਾ ਦੀ ਸਮਝ ਰੱਖ ਲਏ। ਤੇ ਵਿਸ਼ਾ ਕੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ? ਇੱਕ ਓੰਕਾਰ, ਇੱਕ ਦੀ ਗੱਲ ਕਰਨੀ, ਇੱਕ ਦੇ ਨਾਲ ਹੀ ਜੋੜਨਾ, ਇੱਕ ਦੀਆਂ ਬਾਤਾਂ ਪਾਣੀਆਂ। ਪਰ ਪਾਤਰਤਾ ਤੋਂ ਬਿਨਾਂ ਅਸੀਂ ਉਹ ਪਾ ਨਹੀਂ ਸਕਦੇ ਜਿੰਨਾ ਚਿਰ ਅਧਿਕਾਰੀ ਨਹੀਂ ਹੁੰਦੇ। ਆਪ ਜੀ ਨੇ ਬਚਨ ਸੁਣਿਆ ਨਾ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਉਹਦੇ ਵਿੱਚ ਸਤਿਗੁਰਾਂ ਨੇ ਕਿਹਾ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਦੁਨੀਆ ਕਹਿੰਦੀ ਵੀ ਸਿਆਣਾ ਬਣ, ਜੇ ਦੁਨੀਆ ਵਿੱਚ ਕੁਝ ਲੈਣਾ ਹੀ, ਦੁਨੀਆ ਜਿੱਤਣੀ ਆ, ਦੁਨੀਆ ਦੇ ਵਿੱਚ ਕੋਈ ਆਪਣਾ ਨਾਂ ਕਰਨਾ ਤੇ ਸਿਆਣਾ ਬਣ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸਿਆਣੇ ਤਾਂ ਡੁੱਬ ਗਏ। ਭਗਤ ਬਿਨਾ, ਭਗਤੀ ਤੋਂ ਬਿਨਾ, ਪਰਮੇਸ਼ਵਰ ਦੇ ਨਾਮ ਤੋਂ ਬਿਨਾ, ਮਾਲਕ ਦੀ ਰਹਿਮਤ ਤੋਂ ਬਿਨਾ ਪ੍ਰਾਪਤ ਕੀਤੀ ਹੋਈ ਸਿਆਣਪ ਵੀ ਬੰਦੇ ਦਾ ਕੁਝ ਨਹੀਂ ਸਵਾਰ ਸਕਦੀ। ਉਹ ਸਿਆਣਪ ਵੀ ਮਨੁੱਖ ਨੂੰ ਜਿਹੜਾ ਹੈ ਬੁਰਾਈਆਂ ਵਾਲੇ ਪਾਸੇ ਧੱਕ ਦਿੰਦੀ ਹੈ। ਉਹ ਸਿਆਣਪ ਵੀ ਮਨੁੱਖ ਨੂੰ ਬੁਰੇ ਪਾਸੇ ਲੈ ਜਾਂਦੀ ਹੈ। ਇਸ ਕਰਕੇ ਗੁਰਦੇਵ ਜੀ ਕਹਿੰਦੇ ਸਭ ਤੋਂ ਪਹਿਲਾਂ ਪ੍ਰਭੂ ਦੀ ਭਗਤੀ ਪ੍ਰਾਪਤ ਕਰਨ ਦਾ ਇਹ ਅਧਿਕਾਰ ਹੋਣਾ ਚਾਹੀਦਾ। ਪ੍ਰਾਪਤ ਕਰਨ ਦੇ ਲਈ ਤੇਰੇ ਅੰਦਰ ਇਹ ਪਾਤਰਤਾ ਹੋਣੀ ਚਾਹੀਦੀ ਵੀ ਤੂੰ ਇਆਣਾ ਬਣ ਕੇ ਆਏ। ਇਆਣੇ ਦਾ ਅਰਥ ਹੈ ਅਣਜਾਣ। ਗੁਰੂ ਦੀ ਮੱਤ ਲੈਣੀ। ਹੁਣ ਵੇਖੋ, ਜਿਸ ਨੇ ਆਪਣੇ ਗੁਰੂ ਕੋਲੋਂ, ਆਪਣੇ ਟੀਚਰ ਕੋਲੋਂ, ਆਪਣੇ ਉਸਤਾਦ ਕੋਲੋਂ ਮੱਤ ਲੈਣੀ ਹੈ ਤੇ ਉਹ ਆਪਣੇ ਗੁਰੂ ਕੋਲ ਆ ਕੇ ਕੋਈ ਵਿਸ਼ਾ, ਕੋਈ ਸਬਜੈਕਟ ਸਮਝਣ ਲੱਗੇ ਤੇ ਉਹ ਕਹੇ ਵੀ ਇਹ ਤੇ ਮੈਨੂੰ ਆਉਂਦਾ ਹੈ, ਇਹ ਤੇ ਮੈਨੂੰ ਪਤਾ ਹੈ। ਭਾਵ ਸਿਆਣਾ ਬਣ ਕੇ ਜੇ ਕੋਈ ਆਏਗਾ ਤੇ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ। ਇੱਥੇ ਆਉਣ ਦੇ ਲਈ ਸਭ ਤੋਂ ਪਹਿਲਾਂ ਇਆਣਾ ਬਣਨਾ ਪੈਂਦਾ ਹੈ ਕਿ ਗੁਰਦੇਵ ਮੇਰੇ ਪਾਸ ਐਸੀ ਕੋਈ ਸਮਝ ਨਹੀਂ, ਐਸੀ ਕੋਈ ਬੁੱਧ ਨਹੀਂ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁੱਲ ਢੰਗ ਨਾ ਮਿੱਠੇ ਬਹਿਣਾ। ਵੀ ਇਹ ਸਮਝ ਲੈ ਕੇ ਆਉਣੀ ਪਏਗੀ ਕਿ ਮਾਲਕ ਮੇਰੇ ਕੋਲ ਕੋਈ ਸੋਝੀ ਨਹੀਂ, ਕੋਈ ਮੱਤ ਨਹੀਂ, ਕੋਈ ਕਿਸੇ ਤਰ੍ਹਾਂ ਦੀ ਸਿਆਣਪ ਨਹੀਂ, ਕੋਈ ਚਤਰਾਈ ਨਹੀਂ। ਮੈਂ ਤੇ ਇਆਣ ਬਣ ਕੇ ਆਇਆ, ਨੀਚ ਬਣ ਕੇ ਆਇਆ, ਨੀਵਾਂ ਬਣ ਕੇ ਆਇਆ, ਗਰੀਬ ਬਣ ਕੇ ਆਇਆ, ਲੋੜਵੰਦ ਬਣ ਕੇ ਆਇਆ, ਜਾਚਕ ਬਣ ਕੇ ਆਇਆ। ਤੇ ਫਿਰ ਉਹ ਗੁਰੂ ਦੇ ਪਾਸੋਂ ਕੁਝ ਝੋਲੀ ਭਰਵਾ ਲਏਗਾ। ਤੇ ਜੇ ਉਹ ਕੋਈ ਭਰਿਆ ਹੀ ਆਇਆ ਵੀ ਸਿਆਣਾ ਬਣ ਕੇ ਗੁਰੂ ਕੋਲ ਆ ਗਿਆ। ਜ਼ਿਆਦਾਤਰ ਗੁਰੂ ਦੇ ਘਰ ਅੰਦਰ ਮੱਤ ਲੈਣ ਵਾਲੇ ਘੱਟ ਆਉਂਦੇ ਨੇ, ਮੱਤ ਦੇਣ ਵਾਲੇ ਜ਼ਿਆਦਾ ਆਉਂਦੇ। ਮੱਤ ਲੈ ਕੇ ਆਉਂਦੇ ਹਾਂ ਅਸੀਂ ਆਪਣੀ, ਤੇ ਇਹ ਸੋਚਦੇ ਹਾਂ ਵੀ ਸਾਡੀ ਹੀ ਮੱਤ ਇੱਥੇ ਲਾਗੂ ਹੋ ਜਾਏ। ਤੇ ਗੁਰਦੇਵ ਜੀ ਕਹਿੰਦੇ ਵੀ ਉਹ ਸਿਆਣਾ ਮੱਤ ਕਿਵੇਂ ਗੁਰੂ ਦੀ ਲੈ ਲੇਗਾ? ਕਿਉਂਕਿ ਗੁਰੂ ਦੀ ਤਾਂ ਪਹਿਲੀ ਸ਼ਰਤ ਹੈ ਗੁਰ ਕੀ ਮੱਤ ਤੂੰ ਲੇਹ ਇਆਣੇ। ਹੇ ਅਣਜਾਣ, ਹੇ ਨਾ ਸਮਝ, ਪਹਿਲਾਂ ਇਹ ਗੱਲ ਮੰਨ ਵੀ ਮੈਂ ਖਾਲੀ ਹੋ ਕੇ ਆਇਆ। ਨਿਤ ਆਪਾਂ ਆਸਾ ਕੀ ਵਾਰ ਵਿੱਚ ਬਚਨ ਪੜ੍ਹਦੇ ਹਾਂ ਜਿਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਪਾਸ ਦਾ ਅਰਥ ਇੱਥੇ ਨੇੜੇ ਨਹੀਂ, ਪਾਸ ਦਾ ਅਰਥ ਹੈ ਪਾਸੇ ਹੋ ਜਾਏ, ਨਿਕਲ ਜਾਏ। ਇੱਕ ਭਾਂਡੇ ਵਿੱਚ ਜੇ ਤੁਸੀਂ ਕੁਝ ਪਾਣਾ ਹੈ ਤੇ ਸ਼ਰਤ ਹੈ ਵੀ ਭਾਂਡਾ ਖਾਲੀ ਹੋਣਾ ਚਾਹੀਦਾ। ਭਰੇ ਹੋਏ ਦੇ ਵਿੱਚ ਤੁਸੀਂ ਭਰੇ ਹੀ ਕੋਈ ਹੋਰ ਚੀਜ਼ ਪਾ ਦਿਓਗੇ, ਉਹ ਪਹਿਲੀ ਵੀ ਖਰਾਬ ਹੋ ਜਾਏਗੀ ਤੇ ਦੂਸਰੀ ਵੀ ਖਰਾਬ ਹੋ ਜਾਏਗੀ। ਮੰਨੋ ਦੁੱਧ ਦਾ ਜੇ ਕੋਈ ਬਰਤਨ ਭਰਿਆ ਹੈ, ਉਹਦੇ 'ਚ ਪਾਣੀ ਪਾਣਾ ਤੇ ਦੁੱਧ ਕੱਢਣਾ ਪਏਗਾ। ਜੇ ਕਹੋ ਵੀ ਪਾਣੀ ਵਿੱਚ ਹੀ ਪਾ ਦਈਏ, ਨਾ ਦੁੱਧ ਰਹਿਣਾ ਨਾ ਪਾਣੀ ਰਹਿਣਾ। ਭਾਵ ਇਹ ਹੈ ਕਿ ਜੇ ਮੱਤ ਵਿੱਚ ਪਹਿਲਾਂ ਹੀ ਸੰਸਾਰ, ਵਿਕਾਰ, ਆਪਣੀ ਸਿਆਣਪ ਭਰੀ ਹੋਈ ਹੈ ਤੇ ਅਸੀਂ ਵਿੱਚ ਗੁਰੂ ਦੀ ਮੱਤ ਪਾਉਣ ਦਾ ਯਤਨ ਕਰੀਏ, ਨਾ ਅਸੀਂ ਗੁਰੂ ਦੀ ਮੱਤ ਵਾਲੇ ਰਹਿੰਦੇ ਹਾਂ ਤੇ ਨਾ ਅਸੀਂ ਆਪਣੀ ਮੱਤ ਵਾਲੇ ਰਹਿੰਦੇ ਹਾਂ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਬੜਾ ਕਮਾਲ ਦਾ। ਸਤਿਗੁਰੂ ਜੀ ਕਹਿੰਦੇ ਇਹਨੇ ਵੀ ਇਕੱਲਾ ਸਿਆਣਾ ਜਾਂ ਸੋਝੀ ਵਾਲਾ ਬੰਦਾ ਹੀ ਰੱਬ ਦੀ ਭਗਤੀ ਕਰਦਾ। ਮਨਮੁਖ ਭਗਤ ਕਰੈ ਗੁਣ ਗਾਏ। ਮਨਮੁਖ ਵੀ ਭਗਤੀ ਕਰਦਾ, ਮਨਮੁਖ ਵੀ ਹਰੀ ਦੇ ਗੁਣ ਗਾਉਂਦਾ ਹੈ। ਪਰ ਉਹ ਕਿਹਦੇ ਕਰਕੇ ਗਾਉਂਦਾ? ਉਹ ਆਪਣੀ ਮੱਤ ਦੇ ਨਾਲ ਗਾਉਂਦਾ, ਆਪਣੀ ਹਉ ਕਰਕੇ ਗਾਉਂਦਾ, ਜਿਸ ਕਰਕੇ ਉਹਦਾ ਗਾਵਿਆ, ਉਹਦਾ ਸੁਣਿਆ ਥਾਂ ਹੀ ਨਹੀਂ ਪੈਂਦਾ। ਮਨਮੁਖ ਵੀ ਗੁਰੂ ਗੁਰੂ ਕਰਦਾ ਹੈ, ਮਨਮੁਖ ਵੀ ਗੁਰੂ ਦੁਆਰੇ ਜਾਂਦਾ ਹੈ, ਮਨਮੁਖ ਵੀ ਸੇਵਾ ਕਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਵੀ ਉਹਦਾ ਕੀਤਾ ਕੁਝ ਵੀ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਉਹ ਮੱਤ ਆਪਣੀ ਨਾਲ ਕਰਦਾ ਤੇ ਸਾਡੀ ਮੱਤ ਨਾਲ ਕੀਤਾ ਹੋਇਆ ਕੋਈ ਸਪਸ਼ਟ ਨਹੀਂ ਹੋ ਸਕਦਾ, ਚੰਗਾ ਨਹੀਂ ਹੋ ਸਕਦਾ। ਇਸ ਕਰਕੇ ਜਿਹੜਾ ਭਗਤ ਹੈ, ਗੁਰਮੁਖ ਹੈ, ਉਹ ਕੁਝ ਵੀ ਕਰੇ ਉਹਦੀ ਭਗਤੀ ਹੈ। ਮਨਮੁਖ ਭਗਤੀ ਵੀ ਕਰੇ ਤੇ ਉਹਦੀ ਭਗਤੀ ਨਹੀਂ ਮੰਨੀ। ਤੇ ਗੁਰਮੁਖ ਹੱਸੈ ਗੁਰਮੁਖ ਰੋਵੈ। ਗੁਰੂ ਸਾਹਿਬ ਕਹਿੰਦੇ ਗੁਰਮੁਖ ਹੱਸੀ ਜਾ ਰਿਹਾ, ਭਾਵੇਂ ਰੁਦਨ ਕਰ ਰਿਹਾ, ਭਾਵੇਂ ਉਹ ਸੁੱਤਾ ਹੈ, ਭਾਵੇਂ ਜਾਗਦਾ, ਉਹ ਕੁਝ ਵੀ ਕਰ ਰਿਹਾ, ਉਹਦੀ ਭਗਤੀ ਹੈ। ਕਿਉਂ? ਕਿਉਂਕਿ ਉਹ ਆਪਣੀ ਮੱਤ ਨਾਲ ਨਹੀਂ ਕਰਦਾ, ਉਹ ਸਦਾ ਹੀ ਆਪਣੀ
ਚੇਤੇ ਨੂੰ, ਆਪਣੀ ਸੋਝੀ ਨੂੰ, ਆਪਣੀ ਸਿਮਰਤੀ ਨੂੰ ਪ੍ਰਭੂ ਦੇ ਚਰਨਾਂ ਵਿੱਚ ਰੱਖਦਾ। ਇਸ ਕਰਕੇ ਉਹਦਾ ਕੀਤਾ ਹੋਇਆ ਹਰ ਕਰਮ ਹੀ ਭਗਤੀ ਹੈ ਤੇ ਮਨਮੁਖ ਹਰ ਕਰਮ ਵਿੱਚ ਆਪਣੇ ਆਪ ਨੂੰ ਅੱਗੇ ਰੱਖਦਾ। ਇਸ ਕਰਕੇ ਉਹਦਾ ਕੀਤਾ ਹੋਇਆ ਕੋਈ ਕਰਮ ਭਗਤੀ ਤੇ ਸੇਵਾ ਮੰਨੀ ਨਹੀਂ ਜਾਂਦੀ। ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਰਹੇ ਹਾਂ, ਜਿਹਦੇ ਵਿੱਚ ਉਹਨਾਂ ਕਿਹਾ ਇਆਣਾ ਬਣ, ਤੇ ਉਹਨਾਂ ਆਪਣੇ ਜੀਵਨ ਵਿੱਚ ਇਹ ਗੱਲ ਕਰਕੇ ਦਿਖਾਈ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਿਤਾ ਗੁਰੂ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਸਨ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜ਼ਿਆਦਾ ਸਮਾਂ ਸਤਿਗੁਰਾਂ ਦੇ ਪਾਸ ਹੀ ਬੈਠੇ ਰਹਿੰਦੇ ਸਨ ਤੇ ਜੋ ਸਤਿਗੁਰੂ ਜੀ ਕਹਿੰਦੇ ਉਹਨੂੰ ਕਰ ਦਿੰਦੇ। ਤੇ ਗੁਰੂ ਸਾਹਿਬ ਜੀ ਦੇ ਵੱਡੇ ਭਰਾਤਾ, ਧੰਨ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ, ਗੁਰੂ ਰਾਮਦਾਸ ਜੀ ਦੇ ਵੱਡੇ ਸੁਪੁੱਤਰ ਬਾਬਾ ਪ੍ਰਿਥੀ ਚੰਦ ਜੀ, ਉਹ ਬੜੇ ਚਤੁਰ ਸਨ, ਬੜੇ ਸਿਆਣੇ ਸਨ, ਬੜੇ ਬੁੱਧੀ ਵਾਲੇ ਸਨ। ਹਰ ਹਿਸਾਬ ਕਿਤਾਬ, ਲੈਣ ਦੇਣ, ਸੇਵਾ ਦਾ ਪ੍ਰਬੰਧ, ਮਸੰਦਾਂ ਦਾ ਪ੍ਰਬੰਧ, ਉਗਰਾਹੀ ਦਾ ਪ੍ਰਬੰਧ, ਸਾਰਾ ਕੁਝ ਉਹ ਕਰਦੇ ਸਨ। ਬੜੇ ਤੇਜ਼ ਤਰਾਰ ਸਨ, ਹਰ ਭਗਤ ਹਰ ਕਰਮ ਵਿੱਚ ਅੱਗੇ ਸਨ। ਤੇ ਪਰ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਵੀ ਗੁਰਤਾ ਗੱਦੀ ਦਾ ਮਾਲਕ ਕੌਣ ਹੋਏਗਾ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੇ ਪ੍ਰਿਥੀਆ ਕਹਿੰਦਾ ਵੀ ਇਹਨਾਂ ਨੂੰ ਤੇ ਕੁਝ ਕਰਨਾ ਨਹੀਂ ਆਉਂਦਾ, ਨਾ ਇਹ ਕਦੀ ਮਸੰਦਾਂ ਨੂੰ ਮਿਲੇ, ਨਾ ਕਦੀ ਨਾ ਸੇਵਾ ਦਾ ਪ੍ਰਬੰਧ ਉਸ ਢੰਗ ਨਾਲ ਦੇਖਿਆ ਜਿਵੇਂ ਮੈਂ ਮੋਹਰੀ ਹੋ ਕੇ ਦੇਖਦਾ ਸਾਂ, ਨਾ ਕੋਈ ਹੋਰ ਦੁਨੀਆ ਦੇ ਕਾਰ ਵਿਹਾਰ ਦੀ ਇਹਨਾਂ ਨੂੰ ਸਮਝ ਹੈ, ਤੇ ਮੈਂ ਸਾਰਾ ਕੁਝ ਕਰਨ ਵਾਲਾ ਵਾਂ, ਇਸ ਕਰਕੇ ਮੈਨੂੰ ਗੁਰੂ ਬਣਨਾ ਚਾਹੀਦਾ ਹੈ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹੀ ਬਚਨ ਕਹੇ ਸਨ, ਬੇਟਾ ਪ੍ਰਿਥੀ ਚੰਦ, ਬਸ ਇੱਥੇ ਹੀ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਤੇ ਸੰਸਾਰ ਦੀ ਜ਼ਿੰਮੇਵਾਰੀ ਦਾ ਫਰਕ ਹੈ। ਸੰਸਾਰ ਦੇ ਲੋਕ ਉਹਨੂੰ ਜ਼ਿੰਮੇਵਾਰੀ ਦਿੰਦੇ ਨੇ ਜਿਹੜਾ ਕਹਿੰਦਾ ਜੀ ਮੈਂ ਹੁਣ ਸਿਆਣਾ ਹੋ ਗਿਆ, ਮੈਂ ਕਬੀਲਦਾਰੀ ਸਾਂਭਣ ਵਾਲਾ ਹੋ ਗਿਆ, ਮੈਂ ਇਸ ਕੰਮ ਨੂੰ ਬਾਖੂਬੀ ਕਰ ਸਕਦਾ। ਤੇ ਲੋਕ ਘਰ ਦੇ ਪਰਿਵਾਰ ਦੇ ਜੀ ਆਖਦੇ ਨੇ ਵੀ ਬੰਦਾ ਸਮਝਦਾਰ ਹੋ ਗਿਆ, ਬਾਹਰ ਅੰਦਰ ਵਿਚਰਨ ਵਾਲਾ ਹੋ ਗਿਆ, ਇਹਨੂੰ ਜ਼ਿੰਮੇਵਾਰੀ ਸਾਂਭੋ। ਪਰ ਗੁਰੂ ਨਾਨਕ ਦੇ ਘਰ ਦਾ ਅਸੂਲ ਸਿਧਾਂਤ ਕੀ ਹੈ? ਜਦੋਂ ਕੋਈ ਇਹ ਗੱਲ ਕਹਿੰਦਾ ਹੈ ਗਰੀਬ ਨਵਾਜ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਗੁਰੂ ਨਾਨਕ ਦੇ ਘਰ ਦਾ ਅਸੂਲ ਤਾਂ ਇਹ ਹੈ ਕਿ ਇੱਥੇ ਜੇ ਕੋਈ ਇਹ ਗੱਲ ਆ ਕਰਕੇ ਕਹਿੰਦਾ ਹੈ ਗਰੀਬ ਨਵਾਜ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਥੇ ਤਾਂ ਇਹ ਕਰਮ ਹੈ ਜਿਹੜਾ ਕਿ ਬਚਨ ਕਹਿੰਦਾ ਹੈ, ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਗੁਰੂ ਘਰ ਦਾ ਅਸੂਲ ਤੇ ਹੈ ਵੀ ਇੱਥੇ ਉਹਨੂੰ ਮਾਣ ਮਿਲਦਾ ਜੇ ਕੋਈ ਆ ਕੇ ਆਖਦਾ ਹਮ ਤੁਮ ਚੰਦਨ, ਹਮ ਅਰਿੰਡ ਬਾਪੁਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ ਗੰਧ, ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸਰਨ ਤੁਮਾਰੀ, ਹੇ ਗਰੀਬ ਨਵਾਜ ਇਹ ਤੇਰੀ ਸੰਗਤ ਦੀ ਬਦੌਲਤ ਹੋਇਆ, ਨਹੀਂ ਮੈਂ ਤਾਂ ਤੁੱਛ ਹਾਂ, ਮੈਂ ਤਾਂ ਅਣਜਾਣ ਜੀਵਾਂ। ਸੋ ਸੰਸਾਰ ਦੇ ਲੋਕ ਉਹਨੂੰ ਜ਼ਿੰਮੇਵਾਰੀ ਦਿੰਦੇ ਨੇ ਜਿਹੜਾ ਕਹਿੰਦਾ ਵੀ ਮੈਂ ਜ਼ਿੰਮੇਵਾਰੀ ਲੈਣ ਦਾ ਹੱਕਦਾਰ ਹੋ ਗਿਆ, ਸਮਝਦਾਰ ਹੋ ਗਿਆ, ਮੈਨੂੰ ਇਹ ਕਰਮ ਕਰਨਾ ਆ ਗਿਆ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਦੀ ਜ਼ਿੰਮੇਵਾਰੀ ਉਹਨੂੰ ਮਿਲਦੀ ਹੈ ਜਿਹੜਾ ਇਹ ਮੰਨਦਾ ਵੀ ਦਾਤਾ ਮੇਰੇ ਪੱਲੇ ਕੁਝ ਨਹੀਂ, ਮੇਰੇ ਕੋਲ ਕੋਈ ਸਮਰੱਥਾ ਨਹੀਂ, ਮੇਰੀ ਕੋਈ ਔਕਾਤ ਨਹੀਂ, ਮੈਂ ਤਾਂ ਤੇਰੇ ਦਾਸਾਂ ਦਾ ਦਾਸ ਵੀ ਨਹੀਂ ਅਜੇ ਤੱਕ ਬਣਿਆ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਗੁਰੂ ਬਣਨ ਦੇ ਹੱਕਦਾਰ ਹਨ, ਇਹ ਗੁਰੂ ਗੱਦੀ ਦੇ ਪਦਵੀ ਦੇ ਲਾਇਕ ਹਨ। ਇੱਥੇ ਇਹ ਚੀਜ਼ ਮਾਇਨੇ ਰੱਖਦੀ ਹੈ। ਪ੍ਰਿਥੀ ਚੰਦ ਨੂੰ ਸਤਿਗੁਰਾਂ ਨੇ ਸਮਝਾਇਆ, ਪ੍ਰਿਥੀ ਚੰਦ ਤੂੰ ਸਿਆਣਾ ਹੈ, ਬਸ ਸਿਆਣੇ ਨਹੀਂ ਗੁਰੂ ਘਰ ਚੱਲਦੇ। ਗੁਰੂ ਘਰ ਅੰਦਰ ਤਾਂ ਉਹ ਚੱਲਦੇ ਨੇ ਜਿਹੜੇ ਆਪਣੀ ਸਿਆਣਪ ਨੂੰ ਆਪਣੇ ਜੋੜਿਆਂ ਦੇ ਨਾਲ ਬਾਹਰ ਹੀ ਉਤਾਰ ਕੇ ਆ ਜਾਂਦੇ, ਜਿਹੜੇ ਆਪਣੀ ਸਿਆਣਪ ਵੀ ਨਾਲ ਲੈ ਕਰਕੇ ਆ ਗਏ, ਉਹ ਇੱਥੋਂ ਲੈ ਕੇ ਕੀ ਜਾਣ। ਜਿਹੜਾ ਹੈ ਹੀ ਸਿਆਣਾ ਪਹਿਲਾਂ, ਗੁਰੂ ਕੋਲ ਇਨਸਾਨ ਸਿੱਖਿਆ ਲੈਣ ਆਉਂਦਾ, ਗੁਰੂ ਕੋਲ ਇਨਸਾਨ ਇਸ ਕਰਕੇ ਆਉਂਦਾ ਵੀ ਮੈਨੂੰ ਕੁਝ ਨਹੀਂ ਆਉਂਦਾ। ਜੇ ਪਹਿਲਾਂ ਹੀ ਮੰਨ ਲਿਆ ਵੀ ਮੈਨੂੰ ਸਾਰਾ ਕੁਝ ਆਉਂਦਾ ਹੈ, ਇੱਥੇ ਹੀ ਗਲਤੀ ਹੁੰਦੀ ਨਾ। ਅਸੀਂ ਦੁਨੀਆ ਦੇ ਧਾਰਮਿਕ ਅਦਾਰਿਆਂ 'ਚ ਪੜ੍ਹਦੇ ਹਾਂ, ਪੜ੍ਹਾਉਂਦੇ ਹਾਂ, ਜਾਂਦੇ ਹਾਂ, ਪਰ ਉੱਥੇ ਕੋਈ ਬੰਦਾ ਇਸ ਤਰ੍ਹਾਂ ਤਾਂ ਨਹੀਂ ਨਾ ਜਾਂਦਾ ਵੀ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੈਂ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਆਇਆ ਕੁਝ ਸਿੱਖਣ। ਉੱਥੇ ਬਿਲਕੁਲ ਕੋਰਾ ਹੋ ਕੇ ਬੱਚਾ ਜਾਂਦਾ ਹੈ।
तो फिर वो कुछ सीख सकता है। इन बिन ये गुरु का घर ऐसा जे इत्थे बंदा पहले ही भरिया आया है सियाणपां दे नाल चतुराइयां दे नाल, ते गुरु साहब सच्चे पातशाह जी ने तो पहले ही कहा सहस सियाणपां लख होए तां एक ना चलै नाल, भी तेरियां सियाणपां उत्थे नहीं चलनियां। ये सियाणपां संसारी हन, उत्थे इक्को सियाणप चलनी है। हर भगत बिना बहु डूबे सियाणे, भगती ही तेरे पास है ते तू सियाणा गिणिया जाएगा। भगती तो हीना, भगती तो बिना जिहड़ा मनुख है वह किन्ना भी आलम फाजल होवे, गुरु साहब सच्चे पातशाह जी ने उसनूं मूर्ख ही लिखिया। उसनूं भावें दुनिया का पढ़िया होया बंदा होवे, पढ़े हुए बंदे नूं मूर्खता नहीं ना कहिंदे, पर गुरु साहब जी ने कहा पढ़िया मूर्ख आखी है जिस लभ लोभ अहंकार। गुरु साहब कहते जे पढ़ के बंदे दे अंदर लोभ अहंकार विकार उस तरह ने, तो फिर वो तो पढ़िया होया वड्डा मूर्ख है, वड्डा हंकारी है, बड़ा वड्डा मूर्ख है जिहदे कोल विद्या भी है पर मूर्खता भी उस तरह बरकरार है। तो ऐसा मनुख रब की नज़र विच सियाणा नहीं मन्निया जा, वो तो डुब ही जाता है। बाबा कबीर जी ने एक थां ते बड़े प्यारे वचन सलोक विच कहे ने, कहते काया रूपी बेड़ा है ना जेड़ा ये जर्जरा है, नित ये विच शेख हो रहे हैं, भाव स्वास जिन्ने निकल रहे हैं ना, समझो इस शरीर रूपी बेड़े विच शेख हो रहे हैं, तो ये संसार रूपी समुद्र च डुब रहा है। पर कहते इस डुबदे हुए बेड़े विचों जेड़े बैठे हुए जीव ने ना, इन्हां विच पार किहड़े होणगे ते डुबणगे किहड़े। दुनिया विच कहते जेड़े सियाणे ने वो पार लग जाणगे, पर गुरु साहब सच्चे पातशाह जी अमृत बाणी विच बाबा कबीर जी कहते जिन्हां सियाणप दा विदवता दा दुनिया का बोझ चुक्या ना, वो भारे हुए डुब जाणगे, ते जेड़े अपने आप नूं मूर्ख समझते ना, नदान समझते ने, वो हौले ने वो तर जाणगे। कबीर बेड़ा जर्जरा फूटे 6,000, हरवे हरवे तिर गए डूबे जिन सिर पार। हरवे दा अर्थ इत्थे हौले, ते हौले दा अर्थ है जिन्हें अपने आप नूं कोई बहुता सियाणा होण दा भरम नहीं पालिया, बहुता समझदार होने का भरम नहीं पालिया, बहुता वड्डा होने का भरम नहीं पालिया, वो सियाणा है। तो ये वो हरुआ है, हौला है। तो इत्थे सियाणे का भाव है जिहड़ा अपने आप नूं सब तो महान समझदा है, सब तो वड्डा समझदा है, वो फिर दुनिया दे विचों तां कुछ खट सकदा है। सियाणप वाला बंदा दुनिया खट सकदा है, पर समझदार बंदा मत दा सियाणा बंदा वो रब की भगती नहीं प्राप्त कर सकता। प्रभु की भगती प्राप्त करने की शर्त है कि इत्थे बिल्कुल खाली होके आना पएगा, इत्थे बिल्कुल सुन्निया तो शुरू करना पएगा, सिफर तो शुरू करना पएगा कि गरीब नवाज मेरे पास कुछ नहीं, समझ नहीं, सोझी नहीं, लियाकत नहीं, बैन उठण दा नहीं पता, पर तू किरपा करे मैं बालक बन के तेरे घर आ गया, बारिक वांगू हों सब कुछ मंगा। गुरु साहब ने कहा बच्चा बन के आना है, ना वो कोल सियाणप है, ना वो कोल चंचल चतराई है, ना वल छल है, वो बिल्कुल निरछल होकर के जो चीज़ उन्होंने चाहिए वो मंगता है। कहते इस तरह ऐसा भगत बन के आ जा, ऐसा पात्र बन के आ जा भी गुरु दे पासों तेनू फिर सारा कुछ मिल जाएगा। तो जे सियाणा बन के आएगा, भाई साहब भाई गुरदास जी ने ना एक थां ते बहुत सोहना प्यारे बचन कीते ने। वो कहते वेखो माँ अपनी गोदी का शिंगार उस बच्चे नूं समझण दे लई उन्हां के अपनी गोदी का शिंगार उस बच्चे नूं करके रखदी है, उहदा ध्यान रखदी है जिहड़ा अजे उहदे उपर आश्रित है, जिहड़ा ना बोल सकदा है ना उन्होंने अजे समझा, जिहड़ा रिढ़दा बच्चा कुछ दिनां दा बच्चा है, माँ एक एक खिण दा ध्यान रखदी है। ते जिहड़े सियाणे जवाक ने वो घरों बाहर खेडण चले जाते हैं, वड्डे होए वणज व्यवहार भी करते हैं, माँ उन्हों का कोई बहुता फिक्र नहीं करती, उन्होंने पता है भी वो सियाणे ने वणज विहार करके उन्हें शाम को आपे घर आ जाना है। पर जिहड़ा उहदी गोदी का बच्चा दिनां का बच्चा है वो एक एक पल भी उसका ध्यान रखती है। भाई गुरदास जी कहते बस रब इस तरह अपने भगतां का ध्यान रखता है। भगत वो जिहड़े बिल्कुल परमात्मा के उत्ते आश्रित ने, अपने आप नूं उस पक्ष का सियाणा समझते हैं। ਇਹਦਾ मतलब हालांकि ये नहीं कि भगत बावरा हुंदा है, कमला हुंदा है, भोला हुंदा है। भाव यह है कि वो अपनी छल, अपनी कबुद्ध, अपनियां इयाणपां सियाणपां नूं सब नूं मिटा के बस प्रभु दे आश्रित हो जाता है। इस करके परमात्मा फिर उन्होंने माँ वांगू पालदा है। तो गुरु साहब कहते जे भगती प्राप्त करनी है ना, पहली शर्त है इयाणा बन।
ਅਣਜਾਣ ਬਣ ਕੇ ਆ। ਅਣਜਾਣ ਦਾ ਅਰਥ ਹੈ ਕਿ ਬਿਲਕੁਲ ਖਾਲੀ ਬਣ। ਹੇ ਇਆਣੇ ਮਨ, ਇਸ ਗੱਲ ਨੂੰ ਸਮਝ, ਗੁਰ ਕੀ ਮਤ ਤੂੰ ਲੇਹ ਇਆਣੇ, ਤੂੰ ਅਣਜਾਣ ਹੈ ਅਜੇ, ਤੇ ਗੁਰੂ ਦੀ ਮਤ ਲੈ। ਭਗਤ ਬਿਨਾ ਬਹੁ ਡੂਬੇ ਸਿਆਣੇ, ਤੇ ਗੁਰੂ ਦੀ ਮਤ ਤੈਨੂੰ ਭਗਤੀ ਦੇਗੀ, ਤੇ ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਡੁੱਬ ਗਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧ ਮਿਲੇ, ਪੰਡਿਤ ਮਿਲੇ, ਬ੍ਰਾਹਮਣ ਮਿਲੇ, ਬੜੇ ਬੜੇ ਆਲਮ ਫਾਜ਼ਲ ਲੋਕ ਮਿਲੇ, ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਨੂੰ ਇਹ ਗੱਲ ਕਹੀ ਕਿ ਤੁਹਾਡੀ ਇਹ ਵਿੱਦਿਆ ਕੰਮ ਨਹੀਂ ਆਏਗੀ, ਤੁਹਾਡੇ ਕੰਮ, ਤੁਹਾਡੀ ਇਹ ਵਿੱਦਿਆ ਨਹੀਂ ਆਏਗੀ। ਜਦੋਂ ਗੁਰੂ ਨਾਨਕ ਦੇਵ ਜੀ ਛੋਟੀ ਉਮਰ ਵਿੱਚ ਹੀ ਗੋਪਾਲ ਪਾਂਧੇ ਕੋਲ ਪੜ੍ਹਨ ਗਏ, ਤੇ ਗੋਪਾਲ ਪਾਂਧੇ ਨੇ ਸਤਿਗੁਰਾਂ ਨੂੰ ਵਿੱਦਿਆ ਪੜ੍ਹਾਈ, ਹਿੰਦੀ ਪੜ੍ਹਾਈ, ਸੰਸਕ੍ਰਿਤੀ ਪੜ੍ਹਾਈ। ਤੇ ਗੋਪਾਲ ਪਾਂਧੇ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਪਾਂਧਾ ਜੀ ਇਹ ਵਿੱਦਿਆ ਕੰਮ ਨਹੀਂ ਆਉਣੀ। ਤੇ ਪਾਂਧਾ ਕਹਿਣ ਲੱਗਾ, ਬੇਟਾ ਨਾਨਕ ਕੈਸੀਆਂ ਗੱਲਾਂ ਕਰਦਾ, ਇਹ ਤੇ ਵਿੱਦਿਆ ਕੰਮ ਆਉਂਦੀ। ਤੇਰਾ ਬਾਪ ਪਟਵਾਰੀ ਬਣਿਆ, ਮੈਂ ਪੜ੍ਹਾਇਆ, ਉਹਨੂੰ ਸਾਰਾ ਕੁਝ ਆਉਂਦਾ ਹੈ, ਡੇਢੋ ਸਵਾਇਆ ਮਿਣਤੀ ਗਿਣਤੀ ਸਾਰਾ ਕੁਝ ਕਰ ਲੈਂਦਾ ਹੈ, ਬੜਾ ਚਤੁਰ ਹੈ ਤੇਰਾ ਬਾਪ। ਤਾਂ ਰਾਏ ਬੁਲਾਰ ਦਾ ਪਟਵਾਰੀ ਲੱਗਾ, ਤਾਂ ਉਹਨੂੰ ਇੰਨਾ ਧਨ ਮਿਲਦਾ, ਇੰਨੇ ਪਿੰਡਾਂ ਦੀ ਉਹਨੂੰ ਕਾਰ ਮਿਲੀ ਹੋਈ ਹੈ। ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਪਾਂਧਾ ਜੀ ਤੁਹਾਡੀ ਵਿੱਦਿਆ ਇੱਥੇ ਕੰਮ ਆ ਰਹੀ ਹੈ, ਮੈਂ ਇਸ ਗੱਲ ਤੋਂ ਮਨਾ ਨਹੀਂ ਕਰਦਾ, ਪਰ ਮੈਂ ਜਿਸ ਥਾਂ ਤੇ ਦੀ ਸਹਾਇਤਾ ਚਾਹੁੰਦਾ ਵਾਂ ਉੱਥੇ ਨੇ ਕੰਮ ਨਹੀਂ ਆਉਣਾ। ਮੈਨੂੰ ਉਹ ਵਿੱਦਿਆ ਸਿਖਾਓ ਜਿਹੜੀ ਉੱਥੇ ਵੀ ਕੰਮ ਆਵੇ, ਰੱਬ ਦੀ ਦਰਗਾਹ ਵਿੱਚ ਵੀ ਕੰਮ ਆਵੇ। ਤੇ ਗੋਪਾਲ ਪਾਂਧਾ ਕਹਿਣ ਲੱਗਾ, ਬੇਟਾ ਨਾਨਕ ਐਸੀ ਕਿਹੜੀ ਵਿੱਦਿਆ ਹੁੰਦੀ ਹੈ? ਇਹ ਵਿੱਦਿਆ ਦੁਨਿਆਵੀ ਵਿੱਦਿਆ, ਦੁਨੀਆ ਵਿੱਚ ਕੰਮ ਆਉਂਦੀ ਹੈ। ਉਹ ਕਿਹੜੀ ਵਿੱਦਿਆ ਜਿਹੜੀ ਤੂੰ ਸਿੱਖਣੀ ਚਾਹੁੰਦਾ, ਜਿਹੜੀ ਰੱਬ ਦੇ ਘਰ ਵੀ ਕੰਮ ਆਵੇ? ਤੇ ਪਾਂਧਾ ਜੀ ਨੂੰ ਫਿਰ ਗੁਰੂ ਸਾਹਿਬ ਨੇ ਕਿਹਾ, ਹਾਂ ਪਾਂਧਾ ਜੀ ਮੈਂ ਉਹ ਵਿੱਦਿਆ ਪੜ੍ਹਨੀ ਹੈ ਤੇ ਉਹੀ ਵਿੱਦਿਆ ਪੜ੍ਹਾਉਣੀ ਹੈ, ਤੇ ਮੈਨੂੰ ਉਸ ਵਿੱਦਿਆ ਦਾ ਵੱਲ ਸਿਖਾਓ ਜੇ ਤੁਹਾਨੂੰ ਆਉਂਦਾ। ਤੇ ਪਾਂਧਾ ਜੀ ਕਹਿਣ ਲੱਗੇ, ਮੈਨੂੰ ਨਹੀਂ ਆਉਂਦਾ। ਤੂੰ ਦੱਸ ਸਕਣਾ ਉਹ ਵਿੱਦਿਆ ਕਿਹੜੀ, ਕਿਹੜੇ ਉਸਤਾਦ ਕੋਲੋਂ ਪੜ੍ਹੀ ਜਾਂਦੀ ਹੈ, ਕਿਹੜੀ ਕਲਮ ਨਾਲ ਲਿਖੀ ਜਾਂਦੀ ਹੈ, ਕਿਹੜੀ ਸ਼ਾਹੀ ਨਾਲ ਲਿਖੀ ਜਾਂਦੀ ਹੈ, ਕਿਹੜੇ ਕਾਗਜ਼ 'ਤੇ ਲਿਖੀ ਜਾਂਦੀ? ਤੇ ਗੁਰੂ ਸਾਹਿਬ ਨੇ ਕਿਹਾ, ਹਾਂ ਪਾਂਧਾ ਜੀ ਮੈਨੂੰ ਪਤਾ ਹੈ ਕਿਹੜਾ ਉਸਤਾਦ ਹੈ ਜਿਹਦੇ ਕੋਲ ਬੈਠ ਕੇ ਉਹ ਵਿੱਦਿਆ ਮਿਲਦੀ ਹੈ, ਕਿਹੜੀ ਸ਼ਾਹੀ ਨਾਲ ਲਿਖੀ ਜਾਂਦੀ, ਕਿਹੜੀ ਕਲਮ ਨਾਲ ਲਿਖੀ ਜਾਂਦੀ ਹੈ, ਕਿਹੜੇ ਕਾਗਜ਼ 'ਤੇ ਲਿਖੀ ਜਾਂਦੀ ਹੈ। ਤੇ ਪਾਂਧਾ ਜੀ ਕਹਿਣ ਲੱਗੇ, ਮੈਨੂੰ ਵੀ ਦੱਸ ਫਿਰ ਗੁਰੂ ਸਾਹਿਬ ਨੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ। ਅੱਜ ਵੀ ਸ੍ਰੀ ਰਾਗ ਦੀ ਬਾਣੀ ਵਿੱਚ ਅਸੀਂ ਉਸ ਸ਼ਬਦ ਦੇ ਦਰਸ਼ਨ ਕਰਦੇ ਹਾਂ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਲੇਖਾ ਜਿੱਥੇ ਮੰਨ ਲਓ ਕੋਈ ਬੰਦਾ ਪੜ੍ਹਿਆ ਹੋਵੇ, ਉਹਦਾ ਕਿਸੇ ਨਾਲ ਲੇਖਾ ਜੋਖਾ ਕਰਨ ਵਾਲਾ ਹੋਵੇ, ਤੇ ਪੜ੍ਹੇ ਬੰਦੇ ਨੇ ਲਿਖਿਆ ਹੋਵੇ, ਉਹਨੂੰ ਕੋਈ ਟਪਲਾ ਨਹੀਂ ਨਾ ਲਾ ਸਕਦਾ ਵੀ ਆਹ ਵੇਖ ਇਸ ਤਰੀਕ ਦਾ ਮੈਂ ਲੈਣ ਦੇਣ ਲਿਖਿਆ, ਇੰਨਾ ਤੇਰੇ ਵੱਲ ਲੈਣਾ, ਇੰਨਾ ਤੈਨੂੰ ਦੇਣਾ, ਆਹ ਤਰੀਕ ਦਾ ਹੈ। ਤੇ ਗੁਰੂ ਸਾਹਿਬ ਨੇ ਉਹੀ ਘਟਨਾ, ਉਹੀ ਉਦਾਹਰਨ ਵਰਤੀ, ਬਾਬਾ ਇਹੋ ਲੇਖਾ ਲਿਖ ਜਾਣ। ਕਹਿੰਦੇ ਜੇ ਤੂੰ ਭਗਤੀ ਦਾ ਲੇਖਾ ਲਿਖ ਲਿਆ, ਜੇ ਤੂੰ ਭਗਤੀ ਦੇ ਕੋਈ ਦਿਨ ਪਾ ਲਏ, ਜਿੱਥੇ ਲੇਖਾ ਮੰਗੀਏ, ਜਿਹਦੇ ਤੇਰੇ ਕੋਲ ਪੁੱਛਿਆ ਜਾਏਗਾ ਵੀ ਦੱਸ ਕਿਆ ਤੈ ਖੱਟਿਆ, ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਫਿਰ ਗੁਰੂ ਸਾਹਿਬ ਜੀ ਕਹਿਣ ਲੱਗੇ ਉੱਥੇ ਤੈਨੂੰ ਇਹ ਲੇਖਾ ਦੇਣਾ ਸੌਖਾ ਹੋ ਜਾਏਗਾ, ਕਿਉਂਕਿ ਤੇਰੇ ਕੋਲੋਂ ਘੜੀਆਂ ਹੋਣਗੀਆਂ ਸਤ ਸੰਗ ਦੀਆਂ, ਤੇਰੇ ਕੋਲ ਸਮਾਂ ਹੋਏਗਾ ਭਗਤੀ ਦਾ ਜਿਹੜਾ ਤੂੰ ਕੀਤਾ ਹੋਏਗਾ, ਤੇਰੇ ਕੋਲ ਘੜੀਆਂ ਸੇਵਾ ਦੀਆਂ ਹੋਣਗੀਆਂ, ਜੇ ਤੇਰੇ ਕੋਲ ਘੜੀਆਂ ਕਿਸੇ ਤੇ ਦਇਆ ਕੀਤੀ ਹੈ, ਪਰਉਪਕਾਰ ਕੀਤਾ, ਨੇਕ ਕੰਮ ਕੀਤਾ, ਉਹ ਲੇਖਾ ਤੇਰਾ ਲਿਖਿਆ ਗਿਆ। ਤੇ ਜਿੱਥੇ ਤੇਰੇ ਕੋਲ ਮੰਗਿਆ ਜਾਏਗਾ ਵੀ ਦੱਸ, ਤੇ ਤੈਨੂੰ ਉੱਥੇ ਬੋਲਣਾ ਹੀ ਨਹੀਂ ਪੈਣਾ, ਤੇਰੇ ਤੋਂ ਪਹਿਲਾਂ ਤੇਰਾ ਲੇਖਾ ਖਲੋਤਾ ਹੋਏਗਾ। ਪਰ ਜੇ ਤੇਰਾ ਲੇਖੇ ਵਿੱਚ ਵਿਸ਼ੇ ਵਿਕਾਰ ਭੋਗੇ ਨੇ, ਧੱਕੇਸ਼ਾਹੀ ਕੀਤੀ ਹੈ, ਠੱਗੀਆਂ ਮਾਰੀਆਂ ਨੇ, ਚੋਰੀਆਂ ਕੀਤੀਆਂ, ਜ਼ੁਲਮ ਕੀਤਾ ਹੈ, ਤੇ ਗੁਰੂ ਸਾਹਿਬ ਕਹਿੰਦੇ ਫਿਰ ਤੇਰੇ ਤੋਂ ਅੱਗੇ ਉਹ ਖਲੋਤੇ ਹੋਣਗੇ, ਤੇ ਫਿਰ ਤੇਰਾ ਹਸ਼ਰ ਕੀ ਹੋਏਗਾ ਤੂੰ ਨਹੀਂ ਜਾਣਦਾ। ਜਾਲ ਮੋਹ, ਮੋਹ ਨੂੰ ਸਾੜ ਦੇ। ਭਗਤੀ ਦਾ ਪਹਿਲਾ ਫਰਜ਼ ਵੀ ਮੋਹ ਸਾੜ ਕੇ, ਜਾਲ ਮੋਹ ਮਸ ਘਸ ਕਰ ਤੇ ਸ਼ਾਹੀ ਬਣਾ। ਮਸ ਦਾ ਅਰਥ ਹੈ ਸ਼ਾਹੀ ਬਣਾਣੀ, ਆਪਣਾ ਮੋਹ ਸਾੜ ਕੇ ਉਹਦੀ ਸ਼ਾਹੀ ਬਣਾ। ਮਤ ਕਾਗਦ ਕਰ ਸਾਰ, ਆਪਣੀ ਮਤ ਨੂੰ ਕਾਗਦ ਬਣਾ। ਸਾਰ ਦਾ ਅਰਥ ਹੈ ਸ੍ਰੇਸ਼ਟ, ਚੰਗਾ ਕਾਗਜ਼। ਭਗਤੀ ਜਿਹਦੇ ਤੇ ਲਿਖੀ ਜਾਂਦੀ ਨਾ, ਕਈ ਵਾਰੀ ਆਪਾਂ ਪੇਪਰਾਂ ਤੇ ਕਾਗਜ਼ਾਂ ਤੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਲੋਕ ਲਿਖ ਦਿੰਦੇ ਨੇ ਤੇ ਸੋਚਦੇ ਨੇ ਵੀ ਮੈਂ ਬੜਾ ਵੱਡਾ ਭਗਤ ਬਣ ਗਿਆ। ਪਰ ਗੁਰੂ ਸਾਹਿਬ ਕਹਿੰਦੇ ਜੇ ਮਤ ਦੇ ਕਾਗਜ਼ ਤੇ ਨਹੀਂ ਨਾ ਲਿਖਿਆ ਗਿਆ, ਤੇ ਦੁਨੀਆ ਦੇ ਕਾਗਜ਼ ਭਾਵੇਂ ਜਿੰਨੇ ਮਰਜ਼ੀ ਕਾਲੇ ਕਲੀ ਜਾਓ, ਕੋਈ ਫਾਇਦਾ ਨਹੀਂ ਹੋਣਾ। ਮਤ ਦੇ ਕਾਗਜ਼ ਤੇ ਲਿਖੇਗਾ ਪਹਿਲਾਂ, ਜੋ ਮਤ ਦੇ ਕਾਗਜ਼ ਤੇ ਲਿਖਿਆ ਗਿਆ ਹੈ
ਉਹੀ ਤੇਰੀ ਭਗਤੀ ਬੰਨੀ ਹੈ, ਉਹੀ ਤੇਰਾ ਕਰਮ ਬੰਨਣਾ। ਮਤ ਕਾਗਦ ਕਰ ਸਾਰ, ਭਾਓ ਕਲਮ ਪ੍ਰੇਮ ਦੀ ਕਲਮ ਬਣਾ। ਭਾਓ ਕਲਮ ਕਰ ਚਿੱਤ ਲਿਖਾਰੀ, ਤੇ ਮਨ ਨੂੰ ਲਿਖਾਰੀ ਬਣਾ। ਰੱਬ ਦੀ ਭਗਤੀ ਲਿਖਣੀ ਹੈ ਤੇ ਮਨ ਤੋਂ ਲਿਖਾ। ਇਹ ਨਹੀਂ ਵੀ ਹੱਥ ਲਿਖਦੇ ਹੁਣ ਤੇ ਮਨ ਤੇਰਾ ਹੋਵੇ ਹੀ ਨਾ, ਜ਼ੁਬਾਨ ਬੋਲਦੀ ਹੋਵੇ ਤੇ ਮਨ ਤੇਰਾ ਹੋਵੇ ਹੀ ਨਾ। ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਤੇ ਉਸਤਾਦ ਕਿਹੜੇ ਕੋਲ ਬਹਿ ਕੇ ਲਿਖਣਾ ਹੈ? ਗੁਰੂ ਰੂਪੀ ਉਸਤਾਦ ਕੋਲ। ਗੁਰ ਕੀ ਮਤ ਤੂੰ ਲਿਹ ਇਆਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਜੋ ਬਚਨ ਕਹਿੰਦੇ ਕਿ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨਿਸ਼ਾਨ। ਜਿੱਥੇ ਤੇਰੇ ਕੋਲ ਲੇਖਾ ਮੰਗਿਆ ਜਾਏਗਾ, ਤੇਰਾ ਨਿਸ਼ਾਨ ਤੇਰੇ ਕੋਲ ਉਹ ਭਗਤੀ, ਉਹ ਘੜੀਆਂ ਹੋਣਗੀਆਂ ਤੇ ਤੂੰ ਪਾਰ ਹੋ ਜਾਏਂਗਾ, ਤੂੰ ਸਫਲ ਹੋ ਜਾਏਗਾ। ਪਰ ਜੇ ਤੂੰ ਕਹੇ ਕਿ ਮੇਰੇ ਕੋਲ ਤਾਂ ਇੰਨੀ ਦੌਲਤ ਸੀ ਜੀ, ਮੇਰੇ ਕੋਲ ਤਾਂ ਇੰਨੀਆਂ ਪਦਵੀਆਂ ਸਨ ਦੁਨੀਆ ਦੇ ਵਿੱਚ, ਮੈਂ ਤਾਂ ਇੰਨੇ ਲੋਕਾਂ ਦੇ ਨਿਆਂ ਕਰਦਾ ਸਾਂ, ਲੋਕ ਮੈਨੂੰ ਸਿਆਣਾ ਸਮਝਦੇ ਸਨ, ਲੋਕ ਮੈਨੂੰ ਆਪਣਾ ਮਸੀਹਾ ਸਮਝਦੇ ਸਨ, ਲੋਕ ਮੈਨੂੰ ਆਪਣਾ ਰੱਬ ਸਮਝਦੇ ਸਨ। ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਗੱਲਾਂ ਬਾਅਦ ਵਿੱਚੋਂ ਪੱਲੇ ਦੱਸ, ਭਗਤੀ ਹੈ, ਕਰਮ ਕੀਤਾ ਭਗਤੀ ਵਾਲਾ ਤੇ ਦੇ ਉਹ ਨਹੀਂ ਕੀਤਾ। ਇੱਥੋਂ ਤੱਕ ਵਚਨ ਕੀਤੇ ਵੀ ਜੇ ਕੋਈ ਕਹੇ ਜੀ ਮੈਂ ਦਇਆ ਕਰਦਾ ਰਿਹਾ, ਮੈਂ ਤੀਰਥਾਂ 'ਤੇ ਜਾਂਦਾ ਰਿਹਾ, ਮੈਂ ਸੱਚ ਬੋਲਦਾ ਰਿਹਾ, ਮੈਂ ਲੋਕਾਂ ਦੇ ਉੱਤੇ ਦਾਨ ਪੁੰਨ ਕਰਦਾ ਰਿਹਾ, ਲੋਕਾਂ ਦਾ ਭਲਾ ਕਰਦਾ ਰਿਹਾ, ਮੈਂ ਬਹੁਤ ਚੰਗੇ ਕਰਮ ਕਰਦਾ ਰਿਹਾ, ਪਰ ਗੁਰੂ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਹੀ ਪੁੱਛਿਆ ਜਾਂਦਾ ਵੀ ਭਗਤੀ ਦਾ ਕਰਮ ਹੈ ਕਿ ਨਹੀਂ। ਜੇ ਭਗਤੀ ਦਾ ਕਰਮ ਹੈ ਤੇ ਦੂਜੇ ਸਾਰੇ ਪ੍ਰਵਾਨ ਕਰ ਲਏ ਜਾਣਗੇ ਚੰਗੇ, ਜੇ ਭਗਤੀ ਨਹੀਂ ਤੇ ਦੂਜੇ ਸਾਰੇ ਪਰਾਂ ਸੁੱਟ ਦਿੱਤੇ ਜਾਣਗੇ। ਹਰ ਬਿਸਰਤ ਤੇਰੇ ਗੁਣ ਗਲਿਆ। ਉੱਥੇ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਤੇਰੇ ਔਗਣ ਗਲ ਜਾਣਗੇ, ਕਹਿੰਦੇ ਜੇ ਤੂੰ ਰੱਬ ਨੂੰ ਨਹੀਂ ਅਰਾਧਿਆ ਤੇ ਰੱਬ ਤੋਂ ਬਿਨਾਂ ਤੇਰੇ ਬਾਕੀ ਗੁਣ ਵੀ ਗਲ ਜਾਣਗੇ, ਉਹਨਾਂ ਦੀ ਵੀ ਕੋਈ ਕੀਮਤ ਨਹੀਂ ਪੈਗੀ। ਇਹਨੂੰ ਇਉਂ ਸਮਝੀਏ ਕਿ ਜਿਵੇਂ ਕੋਈ ਬੰਦਾ, ਜਿਵੇਂ ਕੋਈ ਘਰ ਪਰਿਵਾਰ ਵਾਲਾ ਕਿਸੇ ਆਪਣੇ ਬੱਚੇ ਦੇ ਵਿਆਹ ਦਾ ਦਿਨ ਮੁਕਰਰ ਕਰ ਦੇ ਕਿ ਮੈਂ ਆਪਣੇ ਬੱਚੇ ਨੂੰ, ਆਪਣੇ ਬੇਟੇ ਨੂੰ ਇਸ ਦਿਨ ਵਿਆਹ ਕੇ ਲਿਆਉਣਾ, ਬਰਾਤ ਜਾਣੀ ਹੈ, ਤੇ ਉਹ ਕਹੇ ਜਦੋਂ ਬਰਾਤ ਦਾ ਦਿਨ ਚੜ੍ਹਾਅ ਹੋਵੇ ਬਰਾਤ ਦਾ, ਤੇ ਸਿਆਣੇ ਲੋਕ ਇਹ ਕਹਿਣ ਵੀ ਇੰਜ ਕਰੋ ਵਿਆਹ ਵਾਲੇ ਮੁੰਡੇ ਨੂੰ ਘਰ ਛੱਡ ਜਾਓ, ਬਰਾਤ ਸਾਰੀ ਜਾਏ ਤੇ ਡੋਲੀ ਲੈ ਆਏਗੀ। ਕਿ ਸਾਰੀ ਬਰਾਤ ਜਿਹੜੀ ਹੈ ਉਹ ਡੋਲੀ ਲਿਆ ਸਕਦੀ ਹੈ? ਲਾੜੇ ਤੋਂ ਬਿਨਾਂ ਬਰਾਤ ਦਾ ਕੋਈ ਵਜੂਦ ਨਹੀਂ। ਹਾਂ, ਜੇ ਲਾੜੇ ਨਾਲ ਸਿਆਣੇ ਲੋਕ ਨੇ ਫਿਰ ਲਾੜੇ ਦੀ ਵੀ ਸ਼ੋਭਾ ਤੇ ਸਿਆਣਿਆਂ ਦੀ ਸ਼ੋਭਾ। ਇਸੇ ਤਰ੍ਹਾਂ ਗੁਣਾਂ ਦੇ ਨਾਲ ਜੇ ਨਾਮ ਹੈ ਤੇ ਗੁਣਾਂ ਦੀ ਵੀ ਸ਼ੋਭਾ, ਤੇ ਜੇ ਨਾਮ ਨਹੀਂ ਭਗਤੀ ਨਹੀਂ ਫਿਰ ਗੁਣ ਇਸ ਤਰ੍ਹਾਂ ਨੇ ਜਿਵੇਂ ਬਿਨਾਂ ਲਾੜੇ ਤੋਂ ਬਰਾਤ ਹੋਵੇ, ਧੱਕੇ ਪੈਂਦੇ ਨੇ, ਲੋਕ ਗੱਲਾਂ ਕਰਦੇ ਨੇ, ਲੋਕ ਡੋਲਾ ਨਹੀਂ ਦਿੰਦੇ, ਲੋਕ ਤੋੜ ਦਿੰਦੇ ਨੇ, ਧੱਕੇ ਮਾਰ ਦਿੰਦੇ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਹਰ ਬਿਸਰਤ ਤੇਰੇ ਗੁਣ ਗਲਿਆ। ਜੇ ਤੂੰ ਦਇਆ ਕੀਤੀ ਚੰਗੀ ਗੱਲ, ਤੂੰ ਤੀਰਥਾਂ ਦਾ ਰਟਨ ਕੀਤਾ ਚੰਗੀ ਗੱਲ, ਤੂੰ ਸਮਾਜ ਦਾ ਭਲਾ ਕੀਤਾ ਚੰਗੀ ਗੱਲ, ਤੂੰ ਲੋਕਾਂ ਦੀਆਂ ਦੁੱਖਾਂ ਸੁੱਖਾਂ ਤਕਲੀਫਾਂ ਵਿੱਚ ਸ਼ਰੀਕ ਹੋਇਆ ਚੰਗੀ ਗੱਲ। ਪਰ ਜੇ ਤੂੰ ਕਹੇ ਜੀ ਮੇਰੇ ਕੋਲ ਨਾਮ ਪ੍ਰਭੂ ਦੀ ਭਗਤੀ ਦਾ ਸਮਾਂ ਨਹੀਂ ਸੀ, ਫਿਰ ਗੁਰੂ ਸਾਹਿਬ ਕਹਿੰਦੇ ਵੀ ਤੂੰ ਸਿਆਣਾ ਬਣਿਆ ਰਿਹਾ, ਦੁਨੀਆ ਦਾ ਸਿਆਣਾ, ਤੇ ਭਗਤੀ ਤੋਂ ਬਿਨਾਂ ਇਹ ਤੇਰੀ ਸਿਆਣਪ ਜਿਹੜੀ ਤੈਨੂੰ ਡੁੱਬ ਕੇ ਲੈ ਕੇ ਮਰੇਗੀ। ਹਰ ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਭਗਤੀ ਤੋਂ ਬਿਨਾਂ ਸਿਆਣੇ ਹੀ ਡੁੱਬੇ ਨੇ, ਮੂਰਖਾਂ ਨੂੰ ਨਹੀਂ ਡੁੱਬਣ ਲਈ ਗਾ ਕਿਹਾ ਸਤਿਗੁਰ ਵੀ ਸਿਆਣੇ ਡੁੱਬ ਮੁਏ। ਤੇ ਤਰੇ ਕਿਹੜੇ? ਹਰਵੇ ਹਰਵੇ ਤਿਰ ਗਏ, ਜਿਹੜੇ ਹੌਲੇ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਕੋਈ ਵੱਡਾ ਸਿਆਣਾ ਸਮਝਦਾਰ ਹੋਣ ਦਾ ਗੁਮਾਨ ਹੀ ਨਹੀਂ ਪਾਲੇ। ਸਾਰ ਭੂਤ ਸਤ ਹਰ ਕੋ ਨਾਉ। ਇਸੇ ਪਾਵਨ ਪਦੇ ਵਿੱਚ ਅੰਤ ਵਿੱਚ ਸਤਿਗੁਰਾਂ ਨੇ ਬਚਨ ਕਹੇ, ਕਿਉਂ ਭਗਤੀ ਲਈ ਸਤਿਗੁਰੂ ਜੀ ਪ੍ਰੇਰ ਰਹੇ ਨੇ। ਸਾਰ ਭੂਤ, ਭੂਤ ਦਾ ਅਰਥ ਇੱਥੇ ਹੈ ਪਦਾਰਥ। ਕਹਿੰਦੇ ਜਿੰਨੇ ਵੀ ਜਗਤ ਦੇ ਪਦਾਰਥ ਨੇ ਨਾ, ਇਹਨਾਂ ਸਾਰੇ ਪਦਾਰਥਾਂ ਦਾ ਸਾਰ ਤੱਤ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੀ ਹੈ, ਪ੍ਰਭੂ ਦੀ ਬੰਦਗੀ ਹੋਈ ਹੈ, ਪ੍ਰਭੂ ਦਾ ਪ੍ਰੇਮ ਹੀ ਹੈ। ਇਸ ਕਰਕੇ ਸਾਰ ਭੂਤ ਸਤ ਹਰ ਕੋ ਨਾਮ, ਸਭ ਦੇ ਪਿਆਰ ਪਰਮਾਤਮਾ ਦਾ ਨਾਮ ਸਾਰਿਆਂ ਦਾ ਸਾਰ ਹੈ, ਇਹਦੇ ਤੋਂ ਬਿਨਾਂ ਕੁਝ ਨਹੀਂ ਚੱਲਣਾ। ਇਸੇ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ ਨਾ, ਜਿੱਥੋਂ ਅਸ਼ਟਪਦੀ ਸ਼ੁਰੂ ਹੁੰਦੀ ਹੈ, ਉਹ ਵੀ ਗੁਰੂ ਸਾਹਿਬ ਨੇ ਬਿਲਕੁਲ ਉਹਦੇ ਉੱਪਰ ਕਰਨੀ ਰੱਖਿਆ ਨਾ। ਜੋ ਸ਼ਲੋਕ ਹੁੰਦਾ ਹੈ ਉਹੀ ਅਸ਼ਟਪਦੀ ਦਾ ਪ੍ਰਕਰਨ ਹੁੰਦਾ। ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਨਾ ਨਾਨਕ, ਇਹੋ ਧਨ ਸਾਰ। ਗੁਰੂ ਸਾਹਿਬ ਕਹਿੰਦੇ ਇਹ ਹੀ ਅਸਲ ਧਨ ਹੈ, ਇਹ ਹੀ ਅਸਲ ਪੂੰਜੀ ਹੈ ਜਿਹੜੀ ਤੇਰੀ ਅੱਗੇ ਜਾਣੀ ਹੈ। ਸਾਥ ਨਾ ਚਾਲੈ ਬਿਨ ਭਜਨ, ਰੱਬ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਦੀ ਧਰਤੀ ਤੇ ਦੁਨੀ ਚੰਦ ਨੂੰ ਕੀ ਆਖਿਆ ਸੀ? ਜਦੋਂ ਦੁਨੀ ਚੰਦ ਨੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੂੰ ਘਰ ਬੁਲਾਇਆ, ਪ੍ਰਸ਼ਾਦਾ ਛਕਾਇਆ ਤੇ ਦੱਸਣ ਲੱਗਾ, ਸਤਿਗੁਰੂ ਜੀ
मेरे कोल इन्ने गंज धन है, जिवें अज लखां करोड़ां बिलियन मिलियन की गल आपां करदे ने, उस समय गंजां दे हिसाब नाल हुंदा सी, किसे कोल एक गंज, किसे कोल दो गंज। वो कहन लगा मेरे कोल इन्ने गंज धन है गुरु नानक देव जी, मैं इन्नी कमाई कीती है, इन्ना कुछ मेरे पास है। तो सतगुरां ने सारा लेखा जोखा कीता भी किवें इन्ने ठगियां मारियां, किवें धक्के कीते, किवें गरीबां दा खून चूसिया। तो गुरु साहब जी दे समझाउण दा तरीका वेखो किन्ना कमाल दा। सतगुरु जी कहन लगे दुनी चंद आ साडी एक निक्की जी सूई रख लै, अगे जाके तेरे कोल लै लांगे। तो गुरु साहब सच्चे पातशाह कोल पहलां पकड़ लई, फिर सोचदा भी अगे जाके। कहन लगा गुरु साहब जी भी मैं तो सुनिया भी जदों बंदा मर जाता है उहदा शरीर साड़ दिता जाता है जां दफना दिता जाता है, तो सूई मेरे नाल दफनाई तो जा सकती है, पर मेरा शरीर तो सड़ जाना, मैं कित्थे तुहानूं अगे ये सूई देंदा फिरांगा, ये किहड़ा मेरे नाल जानी है। तो गुरु साहब ने कहा दुनी चंद तैनूं इन्नी समझ तां है, तूं ये जानदा भी एक निक्की जी सूई नाल नहीं जानी, पर जिहड़ा ये बेईमान बन के धन खर्चे इकट्ठा कीता है, बेईमाने दे पदार्थ इकट्ठे कीते नहीं, आ धर्म की पूंजी इकट्ठी कीती है, ये तेरे नाल जानी है, तेरे नाल वो धर्म जाना है, तेरे नाल भगती जानी है, तेरे नाल तेरे नेक जां बद कर्म जाने ने। इस करके नेकियां खट, नेकियां कमा। ते गुरु साहब सच्चे पातशाह जी दे वचन सुन के उस वक्त दुनी चंद ने अपना वो धन लोकां विच, गरीबां विच, लोड़वंदां विच वंड दिता, क्योंकि उन्हें गुरु की मत लै लई इयाणा बन गए। तो जे वो कहंदा हाँ मैनू सारा कुछ पता है, मैं सियाणा वां, मैनू समझाउण की लोड़ नहीं, फिर उन्होंने समझाउण की लोड़ भी नहीं। इस करके गुरु साहब सच्चे पातशाह जी ने इस पावन पंक्तियां विच वचन कीते ने, हे भाई गुर की मत तू लेह इयाने। गुरु घर आइए अनजान बन, अनजान दा अर्थ है मन तो भोले बन के, मन तो ये स्वीकार करके आइए भी दाता मैनू तेरी सोझी नहीं, समझ नहीं, बस मैं तेरे दर ते आया, तो तू मैनू अपनी सोझी बख्श, अपनी विवेक बख्श, अपनी सियानप बख्श, तां जो मेरा भला हो सके। तो गुरु साहब कहते वो सियानप गुरु की भगती नाल आउंदी है, गुरमत नाल आउंदी है। गुर की मत तू लेह इयाने, भगत बिना बहु डूबे साने। तो जिन्हें भगती कर लई, बाबा कबीर जी के पहले शब्दों का आप जी ने कीर्तन श्रवण किया, कहो कबीर संसा नहीं अंत परम गत पाए। हरि की भगती परम गत देगी, दुनिया की कोई दौलत परम गति नहीं दे सकती। दुनिया की दौलत परम जिहड़ा है वो दुख ही देंदी है, तो परम गति देंदी है, परम सुख देंदी है, वो हरि दे भगती की दौलत। सो गुरु साहब कृपा करन सानू सारिआं नूं अपने दरों करो नाम की दात, गुरसिੱਖੀ वाला जीवन बख्श के निवाजन जी। जदों गुरु दर आइए, कुछ सीखण लई आइए, कुछ समझण लई आइए, अपनियां सियाणप अपनियां चतराइयां दा त्याग करके आइए, तां ही गुरु कोलों कुछ असीं खट सकदे हां, लाहा प्राप्त कर सकदे हां। भुल्लां चुक्कां दी मुआफ़ी, मान सन्मान दा धन्नवाद। प्यार सत फतेह गजाओ जी। वाहिगुरू जी का खालसा, वाहिगुरू जी की फतेह। वाहे गुरु वाहे गुरु वाहे गुरु जी वाहे गुरु वाहे गुरु जी। वाहे गुरु साहिब जी वाहे गुरु मन मह चितवो चितवनी उदम करो उठनी
उदम करो उठ नीत, उठ नीत। हर कीर्तों का आहरो, हर कीर्तों का, हर कीर्तन का, हर कीर्तन का आहरो हर देहो नानक के मीत कर स्नान, कर स्नान, कर स्नान। कर स्नान, कर स्नान। सिमर प्रभ अपना मन तन भय अरोगा। कर स्नान, कर स्नान। सिमर प्रभ अपना मन तन भय अरोगा। कर स्नान, कर स्नान, कर स्नान। कोट विघन लाथे प्रभु शरणा, कोट विघन लाथे प्रभु शरणा, कोट विघन लाथे प्रभु शरणा, कोट विघन लाथे प्रभु शरणा। प्रगटे पहले संजोगा। कर स्नान, सिमर प्रभ अपना मन तन भय अरोगा। कर स्नान, कर स्नान, कर स्नान। प्रभु बाणी शब्द सुभाख्या, प्रभु बाणी शब्द सुभाग्या गावो सुनो पढ़ो नित पाई। गावो सुनो पढ़ो नित पाई। गुरपुरे तू राखिया, गुर पूरे तू राखिया, गुरपुरे तू राखिया। कर स्नान, कर स्नान, कर स्नान। सिमर प्रभ अपना मन तन भय अरोगा। कर स्नान, कर स्नान, कर स्नान। साचा साहेब अमित वडाई, साचा साहेब अमित बड़ाई। साचा साहेब अमित वडाई। भगत वछल दया
वाला। संतां की पैज रखदा आया, आद बिरत प्रतपाला। हर अमृत नाम भोजन नित भूचो। सरब वेला मुख पावो जरा मरा, ताप सब नाठा। गुण गोबिंद नित गाओ गाओ, सुनी अरदास स्वामी मेरे, सुनी अरदास स्वामी मेरे। सर्ब कला बड़ाई, सर्ब कला बड़ाई। प्रगट भई सगले जुग अंतर, प्रगट भई सगले जुग अंतर। गुरु नानक की वड्याई, गुरु नानक की वड्याई। गुरु नानक की वड्याई। कृष्णा कृष्णा कृष्णा। सिमर प्रभु अपना, मन तन भय अरोगा। कृष्णा कृष्णा कृष्णा। सिमर प्रभु अपना, मन तन भय अरोगा। कृष्णा कृष्णा। कोट भिगन लाथे प्रभु शरणा, कोट भिगन लाथे प्रभु शरणा। कोट भिगन लाथे प्रभु शरणा, कोट भिगन लाथे प्रभु शरणा। प्रगटे भले संजोगा, प्रगटे भले संजोगा। कृष्णा कृष्णा कृष्णा। सिमर प्रभु अपना, मन तन भय